ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰੂ ਪਿਆਰਿਓ, ਇਹ ਘਟਨਾ ਅਦਵਾਨੀ ਨਾਮ ਦੇ ਇੱਕ ਛੋਟੇ ਪਿੰਡ ਦੀ ਹੈ। ਇੱਕ ਵੇਰਾ ਸੋਢੀ ਹਰਭਜਨ ਸਿੰਘ ਜੀ ਆਪਣੇ ਦੂਜੇ ਡਾਇਰੈਕਟਰ ਸਮੇਤ ਰਿਸ਼ੀਕੇਸ਼ ਪਹੁੰਚੇ। ਲੋੜੀਂਦਾ ਸਮਾਨ ਖਰੀਦ ਕੇ ਖੱਚਰਾਂ ਵਿੱਚ ਲੱਦ ਲਿਆ। ਇੱਕ ਨੌਕਰ ਰੋਟੀ ਪਕਾਉਣ ਲਈ ਰੱਖ ਲਿਆ ਅਤੇ ਇੱਕ ਘੁਮਿਆਰ ਕਸੋਰੇ ਬਣਾਉਣ ਲਈ, ਅਤੇ ਚਾਰੇ ਜਾਣੇ ਰਿਸ਼ੀਕੇਸ਼ ਤੋਂ ਅੱਗੇ ਪੈਦਲ ਹੀ ਚੱਲ ਪਏ। ਪੜਾਅ ਦਰ ਪੜਾਅ ਚੱਲਦਿਆਂ ਅਸੀਂ ਅਦਮਾਨੀ ਨਾਮ ਦੇ ਇੱਕ ਛੋਟੇ ਪਿੰਡ ਦੇ ਕੋਲ, ਜਿਸ ਕੋਲ ਅਸੀਂ ਆਪਣਾ ਕੰਮ ਸ਼ੁਰੂ ਕਰਨਾ ਸੀ, ਰਿਹਾਇਸ਼ ਵਾਸਤੇ ਕਈ ਥਾਵਾਂ ਦੇਖੀਆਂ, ਪਰ ਕੋਈ ਵੀ ਮਕਾਨ ਦੇਣ ਨੂੰ ਤਿਆਰ ਨਹੀਂ ਸੀ। ਫਿਰ ਇੱਕ ਦਿਨ ਜੰਗਲ ਵਿੱਚ ਤੁਰਦਿਆਂ ਨੂੰ ਬਹੁਤ ਸੋਹਣਾ ਬੰਗਲਾ ਨਜ਼ਰ ਆਇਆ, ਜਿਸ ਦੇ ਸਾਹਮਣੇ 2 ਵੱਡੇ ਕਮਰੇ ਅਤੇ ਇੱਕ ਬਰਾਂਡਾ ਸੀ। ਇੱਕ ਕਮਰਾ ਖਾਲੀ ਸੀ ਅਤੇ ਦੂਜੇ ਵਿੱਚ ਲੱਕੜ ਦੀਆਂ ਅਲਮਾਰੀਆਂ ਨਾਲ ਭਰਿਆ ਪੁਰਾਣਾ ਰਿਕਾਰਡ ਸੀ। ਅਸੀਂ ਖਾਲੀ ਕਮਰੇ ਵਿੱਚ ਹੇਠਾਂ ਚੀਲ ਦੇ ਪੱਤੇ ਵਿਛਾ ਕੇ ਉੱਤੇ ਬਿਸਤਰੇ ਵਿਛਾਏ ਤਾਂ ਜੋ ਰਾਤ ਨੂੰ ਸੋ ਸਕੀਏ। ਫਿਰ ਇੱਕ ਦੁਕਾਨਦਾਰ ਪਾਸ ਸਮਾਨ ਲੈਣ ਲਈ ਗਏ। ਜਦੋਂ ਸਮਾਨ ਲੈ ਕੇ ਵਾਪਸ ਪਰਤ ਰਹੇ ਸੀ ਤਾਂ ਉਸ ਦੁਕਾਨਦਾਰ ਨੇ ਪੁੱਛਿਆ ਕਿ ਤੁਸੀਂ ਕਿੱਥੇ ਜਾ ਰਹੇ ਹੋ? ਉਹ ਤਾਂ ਬਹੁਤ ਖਤਰਨਾਕ ਥਾਂ ਹੈ, ਉੱਥੇ ਨਾ ਜਾਓ। ਮੈਂ ਪਰਵਾਹ ਨਾ ਕੀਤੀ ਅਤੇ ਤੁਰ ਪਿਆ। ਉਸਨੇ ਪਿੰਡ ਦੇ ਲੰਬੜਦਾਰ ਨੂੰ ਦੱਸਿਆ ਤਾਂ ਉਸਨੇ ਵਾਰਤਾ ਸੁਣਾਈ ਕਿ ਇਹ ਜਗ੍ਹਾ ਪਹਿਲਾਂ ਜੰਗਲਾਤ ਮਹਿਕਮਾ ਦੀ ਸੀ, ਰੇਂਜ ਆਫਿਸ ਹੋਇਆ ਕਰਦਾ ਸੀ, ਅਤੇ ਮਹਾਰਾਜ ਸਾਹਿਬ ਵੀ ਜਦੋਂ ਕਦੇ ਟੀਹਰੀ ਨੂੰ ਜਾਂਦੇ ਤਾਂ ਇੱਥੇ ਦੁਪਹਿਰ ਨੂੰ ਆਰਾਮ ਕਰਿਆ ਕਰਦੇ ਸੀ। ਇੱਕ ਦਿਨ ਰੇਂਜਰ ਨੂੰ ਕੰਮ ਕਰਦਿਆਂ ਹਨੇਰਾ ਹੋ ਗਿਆ ਅਤੇ ਹਨੇਰੇ ਵਿੱਚ ਘਰ ਜਾਣਾ ਠੀਕ ਨਾ ਸਮਝ ਕੇ ਰਾਤ ਨੂੰ ਇੱਥੇ ਹੀ ਟਿਕ ਗਿਆ। ਰਾਤ ਦੇ ਸਮੇਂ ਇੱਥੇ ਇੱਕ ਭੂਤ ਨੇ ਉਸ ਨੂੰ ਡਰਾ ਕੇ ਕਿਹਾ ਕਿ ਅੱਗੇ ਤੂੰ ਇੱਥੇ ਰਾਤ ਨੂੰ ਕਦੇ ਨਹੀਂ ਰਹਿਣਾ, ਨਹੀਂ ਤਾਂ ਤੈਨੂੰ ਮਾਰ ਦਿਆਂਗਾ। ਦਿਨ ਚੜ੍ਹ ਉਸਨੇ ਇਹ ਗੱਲ ਕਈਆਂ ਨੂੰ ਦੱਸੀ, ਪਰ ਲੋਕ ਉਸ ਨੂੰ ਕਹਿਣ ਲੱਗੇ ਕਿ ਐਵੇਂ ਤੇਰੇ ਮਨ ਦਾ ਹੀ ਡਰ ਹੈ, ਭੂਤ ਹੁੰਦਾ ਤਾਂ ਤੈਨੂੰ ਜਿਉਂਦਾ ਨਾ ਛੱਡਦਾ। ਅਜਮਾਇਸ਼ ਲਈ ਉਸਨੇ ਦੂਜੇ ਦਿਨ ਆਪਣੀ ਬੰਦੂਕ ਅਤੇ ਰਿਵਾਲਵਰ ਮੰਗਾ ਲਿਆ ਅਤੇ ਉੱਥੇ ਬੰਗਲੇ ਵਿੱਚ ਹੀ ਫਿਰ ਸੌਂ ਗਿਆ। ਸਵੇਰ ਸਾਰ ਅਸੀਂ ਵੇਖਿਆ ਕਿ ਦਰਵਾਜ਼ਾ ਅੰਦਰੋਂ ਬੰਦ ਸੀ ਅਤੇ ਉਸ ਰੇਂਜਰ ਦੀ ਲਾਸ਼ ਪਈ ਸੀ ਅਤੇ ਨਾਲ ਹੀ ਬੰਦੂਕ ਅਤੇ ਰਿਵਾਲਵਰ ਪਏ ਹੋਏ ਸਨ। ਅਸੀਂ ਮਹਾਰਾਜ ਸਾਹਿਬ ਨੂੰ ਖਬਰ ਕਰ ਦਿੱਤੀ। ਕੁਝ ਦਿਨਾਂ ਬਾਅਦ ਉੱਥੇ ਹੋਰ ਰੇਂਜਰ ਭੇਜ ਦਿੱਤਾ ਗਿਆ। ਉਹ ਬੜਾ ਡਰਪੋਕ ਸੀ ਅਤੇ ਉਸਨੇ ਸਾਡੇ ਪਿੰਡ ਹੀ ਦਫ਼ਤਰ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਮਾਨ ਉੱਥੇ ਹੀ ਬੰਗਲੇ ਵਿੱਚ ਰਹਿਣ ਦਿੱਤਾ। ਇੱਕ ਦਿਨ DFO ਦੇ ਦਫ਼ਤਰ ਵਿੱਚ ਸਾਰੇ ਰੇਂਜਰ ਦੀ ਮੀਟਿੰਗ ਸੀ ਅਤੇ ਸਾਡੇ ਵਾਲਾ ਰੇਂਜਰ ਵੀ ਉੱਥੇ ਗਿਆ ਹੋਇਆ ਸੀ, ਤਾਂ ਉਸਨੇ ਪਿੱਟਦਿਆਂ ਆਪਣੇ ਦੁੱਖ ਜ਼ਾਹਰ ਕੀਤਾ। ਇੱਕ ਹੋਰ ਰੇਂਜਰ ਉਹਨਾਂ ਵਿੱਚ ਹੀ ਸੀ ਜੋ ਕਿ ਆਰਿਆ ਸਮਾਜ ਦਾ ਸੀ। ਕਹਿਣ ਲੱਗਾ ਕਿ ਕੋਈ ਭੂਤ ਪਾਤ ਨਹੀਂ ਹੁੰਦੇ, ਤੂੰ ਐਵੇਂ ਹੀ ਡਰੀ ਜਾਂਦਾ ਹੈ। ਜੇਕਰ ਐਸੀ ਗੱਲ ਹੈ ਤਾਂ ਤੂੰ ਮੇਰੇ ਨਾਲ ਬਦਲੀ ਕਰ ਲੈ। ਇਸ 'ਤੇ ਦੋਹਾਂ ਨੇ ਆਪਣੀ ਰਜਾਮੰਦੀ DFO ਨੂੰ ਦੇ ਦਿੱਤੀ। ਆਰਿਆ ਸਮਾਜ ਰੇਂਜਰ ਨੇ ਆਉਂਦਿਆਂ ਹੀ ਇੱਥੇ ਆਸ-ਪਾਸ ਢੰਡੋਰਾ ਫੇਰ ਦਿੱਤਾ ਕਿ ਇਸ ਜਗ੍ਹਾ 'ਤੇ ਜੱਗ ਅਤੇ ਹਵਨ ਹੋਵੇਗਾ। ਬਹੁਤ ਲੋਕ ਇਕੱਠੇ ਹੋਏ। ਬੰਗਲੇ ਦੇ ਅੰਦਰ ਹੀ ਹਵਨ ਕੀਤਾ ਗਿਆ ਅਤੇ ਪਿੱਛੋਂ ਭੰਡਾਰਾ ਵੀ ਹੋਇਆ। ਫਿਰ ਉਸ ਨੇ ਬਰਾਂਡੇ ਵਿੱਚ ਖੜ੍ਹੇ ਹੋ ਕੇ ਲੈਕਚਰ ਦਿੱਤਾ ਕਿ ਪਹਾੜੀਓ, ਤੁਸੀਂ ਐਵੇਂ ਹੀ ਡਰੀ ਜਾਂਦੇ ਹੋ, ਕੋਈ ਭੂਤ ਪਾਤ ਨਹੀਂ ਹੁੰਦੇ। ਜੋ ਹੁਣ ਵੀ ਹੋਇਆ ਤਾਂ ਵੇਦਾਂ ਮੰਤਰਾਂ ਅਤੇ ਹਵਨ ਕਰਨ ਨਾਲ ਸਭ ਭੱਜ ਜਾਂਦੇ ਹਨ। ਇਸ ਦੇ ਸਬੂਤ ਲਈ ਮੈਂ ਰਾਤ ਇੱਥੇ ਹੀ ਰਹਾਂਗਾ ਅਤੇ ਤੁਸੀਂ ਦੇਖੋਗੇ ਕਿ ਮੈਨੂੰ ਕੁਝ ਨਹੀਂ ਹੋਵੇਗਾ। ਰਾਤ ਨੂੰ ਉਹ ਉਸੇ ਕਮਰੇ ਵਿੱਚ ਸੌਂ ਗਿਆ, ਪਰ ਦੂਜੀ ਸਵੇਰ ਜਦ ਅਸੀਂ ਉੱਥੇ ਗਏ ਤਾਂ ਕੀ ਵੇਖਿਆ ਕਿ ਰੇਂਜਰ ਅਤੇ ਉਸਦਾ ਘੋੜਾ ਦੋਵੇਂ ਮਰੇ ਪਏ ਹਨ। ਸੋ ਉਸ ਦਿਨ ਤੋਂ ਮਹਾਰਾਜ ਸਾਹਿਬ ਦੇ ਹੁਕਮ ਅਨੁਸਾਰ ਉੱਥੇ ਕੋਈ ਵੀ ਨਹੀਂ ਜਾਂਦਾ ਅਤੇ ਇੱਕ ਹੋਰ ਵੱਖਰਾ ਰੇਂਜ ਆਫਿਸ ਬਣਾਇਆ ਗਿਆ ਹੈ, ਜੋ ਲੰਬੜਦਾਰ ਨੇ ਸਾਨੂੰ ਦੂਰ ਇਸ਼ਾਰੇ ਨਾਲ ਵਿਖਾਇਆ। ਉਪਰੋਕਤ ਸਾਰੀ ਵਾਰਤਾ ਦੱਸ ਕੇ ਲੰਬੜਦਾਰ ਨੇ ਸਾਨੂੰ ਸਮਝਾਇਆ ਕਿ ਅਜਮਾਈ ਹੋਈ ਥਾਂ ਨੂੰ ਅਜਮਾਇਆ ਮੂਰਖਤਾ ਦਾ ਕੰਮ ਹੁੰਦਾ ਹੈ, ਪਰ ਦਾਸ ਨੇ ਉਸ ਦੀ ਪਰਵਾਹ ਨਾ ਕਰਦੇ ਹੋਏ ਗੁਰਬਾਣੀ ਦਾ ਆਸਰਾ ਲੈ ਕੇ
ਬੰਗਲੇ ਵੱਲ ਨੂੰ ਚੱਲ ਪਏ। ਇਸ ਨੂੰ ਵੇਖ ਕੇ ਲੰਬਰਦਾਰ ਨੇ ਕਿਹਾ ਕਿ ਤੁਸੀਂ ਮੈਨੂੰ ਲਿਖ ਕੇ ਦਿਓ ਕਿ ਇਸ ਮੈਨੂੰ ਗੱਲ ਸਮਝਾਈ ਹੈ ਅਤੇ ਮੈਂ ਆਪਣੀ ਮਰਜ਼ੀ ਨਾਲ ਬੰਗਲੇ ਵਿੱਚ ਰਹਿਣ ਲਈ ਜਾ ਰਿਹਾ ਹਾਂ, ਤਾਂ ਕਿ ਮਹਾਰਾਜ ਸਾਹਿਬ ਮੇਰੇ ਨਾਲ ਨਾਰਾਜ਼ ਨਾ ਹੋਣ। ਮੈਂ ਲੰਬਰਦਾਰ ਨੂੰ ਲਿਖ ਕੇ ਕੁਝ ਨਾ ਦਿੱਤਾ। ਇਸ 'ਤੇ ਲੰਬਰਦਾਰ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਜੇ ਇਹਨਾਂ ਨੂੰ ਕੋਈ ਘਟਨਾ ਵਾਪਰ ਗਈ ਤਾਂ ਤੁਸੀਂ ਸਾਰੇ ਗਵਾਹ ਹੋ, ਕਿਉਂ ਜੋ ਮੈਂ ਇਹਨਾਂ ਨੂੰ ਸਾਰੀ ਕਹਾਣੀ ਦੱਸ ਦਿੱਤੀ ਹੈ, ਪਰ ਇਹਨਾਂ ਫਿਰ ਵੀ ਸਾਡੀ ਪਰਵਾਹ ਨਹੀਂ ਕੀਤੀ। ਹਨੇਰਾ ਹੋਣ ਤੋਂ ਪਹਿਲਾਂ ਅਸੀਂ ਬੰਗਲੇ ਵਿੱਚ ਪੁੱਜ ਗਏ। ਖੱਚਰਾਂ ਵਾਲਾ ਅਤੇ ਘੁਮਿਆਰ ਸਾਨੂੰ ਛੱਡ ਕੇ ਉੱਥੋਂ ਚਲੇ ਗਏ। ਬੰਗਲੇ ਵਿੱਚ ਪਹੁੰਚ ਕੇ ਸਭ ਤੋਂ ਪਹਿਲਾਂ ਮੈਂ ਇੱਕ ਦਰਖਤ ਦੀ ਟਾਹਣੀ ਕੱਟ ਕੇ ਉਸ ਉੱਤੇ 108 ਵਾਰ ਤਾਤੀ ਬਾਵਨਾ ਲਗਾਈ ਪਾਰ ਬ੍ਰਹਮ ਸਰਣਾਈ ਵਾਲਾ ਸੰਪੂਰਨ ਸ਼ਬਦ ਦਾ ਪਾਠ ਕਰਕੇ ਬੰਗਲੇ ਦੇ ਆਲੇ ਦੁਆਲੇ ਆਰਾਮਕਾਰ ਗੱਡ ਦਿੱਤੀ। ਸਾਡੇ ਮਨ ਵਿੱਚ ਆਈ ਕਿ ਪਤਾ ਨਹੀਂ ਦਿਨ ਚੜ੍ਹਨਾ ਹੈ ਕਿ ਨਹੀਂ, ਕੁਝ ਖਾ ਪੀ ਲਈਏ। ਸੋ ਅਸੀਂ ਮਾਲਪੂੜੇ ਤਲੇ ਅਤੇ ਕੜਾਹ ਬਣਾ ਕੇ ਦੋਨਾਂ ਨੇ ਰੱਜ ਰੱਜ ਕੇ ਖਾਧਾ। ਸਲਾਹ ਕੀਤੀ ਕਿ ਰਾਤ ਨੂੰ ਇੱਕ ਜਣਾ ਜਾਗਦਾ ਰਹੇ ਅਤੇ ਦੂਸਰਾ ਸੌ ਲਵੇ, ਤਾਂ ਜੋ ਜੇਕਰ ਕੋਈ ਖਤਰਾ ਭਾਸੇ ਤਾਂ ਸੁੱਤੇ ਪਏ ਹੋਏ ਨੂੰ ਸਾਵਧਾਨ ਕੀਤਾ ਜਾ ਸਕੇ। ਪਹਿਲਾਂ ਨੌਕਰ ਸੌ ਗਿਆ ਅਤੇ ਦਾਸ ਜਾਗਦਾ ਰਿਹਾ, ਪਰ ਉਸ ਨੂੰ ਵੀ ਨੀਂਦ ਕਿੱਥੋਂ ਆਉਣੀ ਸੀ, ਕਿਉਂਕਿ ਮੌਤ ਦਾ ਵਾਰ-ਵਾਰ ਡਰ ਆਉਂਦਾ ਰਿਹਾ। ਘੁੱਪ ਹਨੇਰਾ ਹੋਇਆ ਤਾਂ ਬੜੀਆਂ ਭਿਆਨਕ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਇੱਧਰ ਦਾਸ ਨੇ ਵੀ ਨਾਮ ਦਾ ਖੰਡਾ ਜ਼ੋਰ-ਜ਼ੋਰ ਨਾਲ ਖੜਕਾਉਣ ਲੱਗ ਪਿਆ। ਇੰਨੇ ਨੂੰ ਭੂਤਾਂ ਨੇ ਦਰਖਤ ਤੋੜ ਕੇ ਸਾਡੇ ਕਮਰੇ ਦੀ ਛੱਤ ਉੱਤੇ ਸੁੱਟਣਾ ਸ਼ੁਰੂ ਕਰ ਦਿੱਤਾ, ਅਤੇ ਜਦ ਕਾੜ-ਕਾੜ ਦੀ ਆਵਾਜ਼ ਆਵੇ ਤਾਂ ਦਾਸ ਵੱਲ ਭੱਜਦਾ ਰਿਹਾ ਕਿ ਮਤਾ ਕਿਸੇ ਦਰਖਤ ਹੇਠਾਂ ਨਾ ਆ ਜਾਵੇ। ਇਹ ਸਿਲਸਿਲਾ ਕੁਝ ਚਿਰ ਮਗਰੋਂ ਖਤਮ ਹੋਣ 'ਤੇ ਉਹਨਾਂ ਵੱਡੇ-ਵੱਡੇ ਪੱਥਰ ਸੁੱਟਣੇ ਆਰੰਭ ਕਰ ਦਿੱਤੇ। ਪਹਿਲਾਂ ਵਾਂਗ ਹੀ ਜਦ ਪੱਥਰਾਂ ਦੇ ਗਿਰਨ ਦੀ ਆਵਾਜ਼ ਆਈ ਤਾਂ ਉਹ ਹੋਰ ਤਕੜਾ ਹੋ ਕੇ ਜਾਪ ਕਰਦਾ ਜਾਵੇ। ਸਤਿਗੁਰੂ ਜੀ ਦੀ ਕਿਰਪਾ ਨਾਲ ਬੰਗਲੇ ਦੇ ਚਾਰੇ ਪਾਸੇ ਆਰਾਮਗਾਹ ਕੱਢੀ ਹੋਣ ਕਰਕੇ ਉਹ ਅੰਦਰ ਵੜਨ ਦਾ ਹੀਹਾ ਨਹੀਂ ਕਰ ਸਕੇ। ਆਖਿਰ ਨੂੰ ਭੂਤਾਂ ਨੇ ਆਪਣੀ ਦਾਲ ਗਲਦੀ ਨਾ ਦੇਖ ਕੇ ਬਿਜਲੀ ਦੀ ਕੜਕੜਾਹਟ ਵਰਗੀ ਆਵਾਜ਼ ਕੱਢੀ ਤਾਂ ਦਾਸ ਨੇ ਸਮਝਿਆ ਕਿ ਮਕਾਨ ਦੀ ਛੱਤ ਉੱਤੇ ਬਿਜਲੀ ਡਿੱਗ ਪਈ ਹੈ। ਮੈਂ ਬੇਹੋਸ਼ ਜਿਹਾ ਹਾਲਤ ਵਿੱਚ ਪਤਾ ਨਹੀਂ ਕਿੰਨਾ ਚਿਰ ਪਿਆ ਰਿਹਾ। ਜਦ ਹੋਸ਼ ਆਈ ਤਾਂ ਮੈਂ ਦੇਖਿਆ ਕਿ ਮੇਰੇ ਕੋਲ ਅੱਗ ਜਲ ਰਹੀ ਹੈ। ਇਹ ਅੱਗ ਤਾਂ ਮੈਂ ਪਹਿਲਾਂ ਹੀ ਜੰਗਲੀ ਜਾਨਵਰਾਂ ਤੋਂ ਬਚਣ ਲਈ ਬਾਲੀ ਹੋਈ ਸੀ, ਕਿਉਂਕਿ ਜੰਗਲੀ ਜਾਨਵਰ ਅੱਗ ਦੇ ਨੇੜੇ ਨਹੀਂ ਆਉਂਦੇ। ਦਾਸ ਨੇ ਨੀਮ ਬੇਹੋਸ਼ੀ ਜਿਹਾ ਦਸ਼ਾ ਵਿੱਚ ਸਮਝਿਆ ਕਿ ਸ਼ਾਇਦ ਦਾਸ ਨੂੰ ਇਸ ਅੱਗ ਸਬਰ ਸਾੜਿਆ ਜਾਵੇਗਾ। ਇਉਂ ਦਾਸ ਸੁੰਨ ਜਿਹਾ ਹੋਇਆ ਪਿਆ ਸੀ ਅਤੇ ਮੂੰਹੋਂ ਆਵਾਜ਼ ਨਹੀਂ ਸੀ ਨਿਕਲ ਰਹੀ। ਸੁਰਤ ਨਾਲ ਹੀ ਸਿਮਰਨ ਕਰ ਰਿਹਾ ਸਾਂ। ਇਸ ਨਾਲ ਐਨੀ ਸ਼ਕਤੀ ਆਈ ਕਿ ਦਾਸ ਉੱਠ